ਫਿਰ ਸਾਨੂੰ ਇਦਾਂ ਲੱਗਦਾ ਹੈ ਕਿ ਕੋਈ ਸਾਡਾ ਮਾਈਂਡ ਪੜ ਰਿਹਾ ਹੈ ਕਿ ਜਿਹੜੀ ਚੀਜ਼ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੈ ਉਹ ਸਾਰੀ ਇਨਫੋਰਮੇਸ਼ਨ ਇੱਥੇ ਸਾਨੂੰ ਮਿਲ ਵੀ ਰਹੀ ਹੈ। ਦੂਜੇ ਪਾਸੇ ਤੁਸੀਂ ਗੱਲ ਕੀਤੀ ਕਿ ਐਪਸ ਸਿਕਿਉਰਡ ਨਹੀਂ ਹੈ, ਬਹੁਤ ਓਪਨ ਪਲੇਟਫਾਰਮ ਹੈ ਇਸ ਚੀਜ਼ ਦਾ, ਲੇਕਿਨ ਜੇ ਲਾਰਜ ਸਕੇਲ ਤੇ ਗੱਲ ਕੀਤੀ ਜਾਏ ਪ੍ਰਵੀਨ ਜੀ, ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਦ ਅਸੀਂ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਕਹਿੰਦੇ ਹਾਂ ਕਿ ਜਿਵੇਂ ਮੈਂ ਹੁਣ ਵੀ ਗੱਲ ਕਰ ਰਹੀ ਸੀ ਕਿ ਨੈਸ਼ਨਲ ਸਿਕਿਉਰਿਟੀ ਦੇ ਵਿੱਚ ਕਿੰਨਾ ਕਿ ਅਹਿਮ ਰੋਲ ਹੁੰਦਾ ਹੈ ਸਾਈਬਰ ਸਿਕਿਉਰਿਟੀ ਦਾ? ਨੈਸ਼ਨਲ ਸਿਕਿਉਰਿਟੀ ਦੀ ਅਗਰ ਗੱਲ ਕੀਤੀ ਜਾਵੇ ਤੇ ਸਾਈਬਰ ਸਿਕਿਉਰਿਟੀ ਇੱਕ ਐਸਾ ਮੁੱਦਾ ਹੈਗਾ ਕਿ ਜਿਹੜਾ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਬਟ ਜਦੋਂ ਅਸੀਂ ਨੈਸ਼ਨਲ ਲੈਵਲ ਦੀ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਬਟ ਸਭ ਤੋਂ ਪਹਿਲਾਂ ਸਿਕਿਉਰਿਟੀ ਤੇ ਸਾਡੀ ਆਪਣੀ ਆਏਗੀ। ਜੇ ਅਸੀਂ ਆਪਣੇ ਘਰ ਦੇ ਵਿੱਚ, ਆਪਣੇ ਕਲਾਸ ਦੇ ਵਿੱਚ, ਆਪਣੇ ਮੋਬਾਈਲ ਦੀ, ਲੈਪਟਾਪ ਦੀ ਸਿਕਿਉਰਿਟੀ ਨਹੀਂ ਕਰ ਪਾ ਰਹੇ, ਸਾਡਾ ਸਕੂਲ, ਕਾਲਜ, ਆਫਿਸ ਜਿਹੜਾ ਸਾਡਾ ਓਵਰਆਲ ਸਿਸਟਮ ਅਗਰ ਸਿਕਿਉਰ ਨਹੀਂ ਹੈਗਾ, ਇਹ ਘਰ ਤੋਂ ਸ਼ੁਰੂ ਹੋ ਕੇ ਸਕੂਲ, ਕਾਲਜ, ਸ਼ਹਿਰ ਤੱਕ ਜਾਂਦਾ, ਸ਼ਹਿਰ ਤੋਂ ਜ਼ਿਲ੍ਹਾ, ਜ਼ਿਲ੍ਹੇ ਤੋਂ ਸਟੇਟ, ਸਟੇਟ ਤੋਂ ਫਿਰ ਨੈਸ਼ਨਲ ਲੈਵਲ ਤੱਕ ਜਾਂਦਾ ਹੈ। ਜਿਹੜੀ ਸਾਈਬਰ ਸਿਕਿਉਰਿਟੀ ਹੈ ਇਹਦੇ ਬਾਰੇ ਜਿਹੜੀ ਜਾਗਰੂਕਤਾ ਹੈ ਉਹ ਬਹੁਤ ਘੱਟ ਹੈਗੀ ਹੈ। ਆਮ ਕਾਫੀ ਸਾਰੇ ਸੀਨੀਅਰ ਆਫੀਸਰ ਜਿਹੜੇ ਬੈਠੇ ਹੋਏ ਆ ਕਈ ਆਫਿਸਰ ਦੇ ਵਿੱਚ, ਈਵਨ ਕੁਝ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਵੀ ਜਿਹੜੇ ਕੰਪਿਊਟਰ ਸਾਇੰਸ ਦੇ ਨਹੀਂ ਹੈਗੇ, ਉਹਨਾਂ ਨੂੰ ਵੀ ਨਹੀਂ ਪਤਾ ਕਿ ਸਾਈਬਰ ਸਿਕਿਉਰਿਟੀ ਕੀ ਹੈਗੀ ਹੈ। ਤੇ ਕੁਝ ਦਿਨ ਪਹਿਲਾਂ ਇੱਕ ਖਬਰ ਸੀਗੀ ਕਿ IIT ਦੇ ਰਿਟਾਇਰਡ ਪ੍ਰੋਫੈਸਰ ਸਾਹਿਬ ਨਾਲ ਉਹਨਾਂ ਦੀ ਸਾਰੀ ਲਾਈਫ ਦੀ ਸੇਵਿੰਗ ਸਾਈਬਰ ਕ੍ਰਿਮੀਨਲ ਜਿਹੜੇ ਉਹ ਹੈਕ ਕਰਕੇ ਲੈ ਗਏ। ਤੇ ਇਹਦੇ ਵਾਸਤੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਸਕੀਮ ਲਾਂਚ ਕੀਤੀ ਸੀਗੀ, ਸਾਈਬਰ ਕ੍ਰਾਈਮ ਪ੍ਰੀਵੈਂਸ਼ਨ ਅਗੇਂਸਟ ਵੂਮਨ ਐਂਡ ਚਿਲਡਰਨ। ਇਹ ਸਕੀਮ ਲਾਂਚ ਕੀਤੀ ਗਈ ਸੀਗੀ ਸੁਪਰੀਮ ਕੋਰਟ ਦੇ ਦੁਆਰਾ ਮੋਨੀਟਰਡ ਹੈ ਸਕੀਮ, ਤੇ 2015 ਤੋਂ ਚਾਲੂ ਕੀਤੀ ਗਈ ਸੀਗੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਹਰ ਸਟੇਟ ਦੇ ਵਿੱਚ ਇੱਕ ਆਪਣਾ ਸਾਈਬਰ ਸੈੱਲ ਹੋਏਗਾ, ਸਾਈਬਰ ਫੋਰੈਂਸਿਕ ਸਾਇੰਸ ਡਿਵੀਜ਼ਨ ਹੋਏਗੀ, ਜਿਹੜੀ ਕੀ ਕਰੇਗੀ ਕਿ ਆਮ ਲੋਕਾਂ ਨੂੰ, ਸਕੂਲ ਦੇ ਬੱਚਿਆਂ ਨੂੰ, ਟੀਚਰਾਂ ਨੂੰ, ਬੈਂਕ EMPLOYER ਨੂੰ ਕਿਸੇ ਵੀ ਤਰ੍ਹਾਂ ਜਿਹੜੇ ਹੈਗਾ ਉਹਨਾਂ ਵਾਸਤੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਆਰਗੇਨਾਈਜ਼ ਕਰਾਂਗੇ। ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਕਿ ਉਹਨਾਂ ਨੂੰ ਅਵੇਅਰ ਕਰਨਗੇ, ਕਿਉਂਕਿ ਜਦੋਂ ਕੋਈ ਬਿਮਾਰੀ ਹੋ ਜਾਏ ਬੈਟਰ ਹੈ ਕਿ ਬਿਮਾਰੀ ਤੋਂ ਬਚਿਆ ਜਾਵੇ। ਤੇ ਬਚਣ ਦਾ ਤਰੀਕਾ ਸੇਫਟੀ ਮੇਜਰ ਸੀਗੀ। ਬਟ ਸਰਪ੍ਰਾਈਜ਼ਿੰਗ ਕੰਡੀਸ਼ਨ ਇਹ ਹੈਗੀ ਹੈ ਕਿ ਉਹ ਜਿਹੜੀ ਲੈਬ ਹੈ ਉਹਦੇ ਵਾਸਤੇ ਗਵਰਨਮੈਂਟ ਨੇ ਕਿਸੇ ਸਟੇਟ ਨੂੰ 3 ਕਰੋੜ, ਕਿਸੇ ਨੂੰ 5 ਕਰੋੜ ਦਿੱਤਾ। ਬਟ ਅਨਫੋਰਚੂਨੇਟਲੀ ਉਹ ਲੈਬ ਹੈ ਜਿਹੜੀਆਂ ਸਾਡੀ ਇੰਸਟੀਟਿਊਸ਼ਨ ਹੈ ਜਿਹੜੀਆਂ ਉਹ ਸਾਡੇ ਸਟੇਟ ਦੇ ਵਿੱਚ ਸੈਟਅਪ ਨਹੀਂ ਹੋ ਪਾਈ। ਝਾਰਖੰਡ 'ਚ ਸੈਟਅਪ ਹੋ ਚੁੱਕੀ ਹੈ, ਪੰਜਾਬ 'ਚ ਸੈਟਅਪ ਹੋ ਚੁੱਕੀ ਹੈ, ਚੰਡੀਗੜ੍ਹ 'ਚ ਹੈਗੀ ਹੈ, ਹਰਿਆਣੇ 'ਚ ਹੈਗੀ ਹੈ, ਬਟ ਬਾਕੀ ਕਾਫੀ ਸਾਰੀਆਂ ਸਟੇਟਸ, ਮੋਰ ਦੈਨ 20 ਸਟੇਟਸ ਹੈ ਜਿਹੜੀਆਂ ਉਹ ਸਰਕਾਰ ਦਾ ਦਿੱਤਾ ਹੋਇਆ ਪੈਸਾ ਹੀ ਅਵੇਲ ਨਹੀਂ ਕਰ ਪਾਈਆਂ। ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਕਿਹਾ ਸੀਗਾ ਕਿ ਤੁਸੀਂ ਉਹ ਵਾਲਾ ਕੈਂਡੀਡੇਟ ਲਓ ਜਿਹਨੂੰ ਸਾਈਬਰ ਦੇ ਵਿੱਚ, ਕੰਪਿਊਟਰ ਦੇ ਵਿੱਚ ਕੋਈ ਨੌਲੇਜ ਹੈ। ਬਟ ਜਿਹੜਾ ਸਾਡਾ ਇੰਡੀਅਨ ਯੂਥ ਹੈ ਉਹ ਚਾਹੁੰਦਾ ਕਿ ਮੈਂ M.Tech ਅਗਰ ਕੀਤੀ ਹੈ ਕੰਪਿਊਟਰ ਸਾਇੰਸ 'ਚ ਤੇ ਮੈਂ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਾਂ, ਮੈਂ ਪੁਲਿਸ ਦੇ ਚੱਕਰਾਂ 'ਚ ਨਾ ਪਾਵਾਂ, ਮੈਂ ਐਕਸਪੀਰੀਅੰਸ ਸਿਕਿਉਰਿਟੀ ਵਾਲੇ ਪਾਸੇ ਨਾ ਜਾਵਾਂ। ਤੇ ਇਹਦੇ ਵਾਸਤੇ ਸਾਨੂੰ ਇਹ ਵੀ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ। ਹੁਣ ਜਿਸ ਤਰ੍ਹਾਂ ਅੱਜ ਦੀ ਡੇਟ ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀਗਾ, ਜਦੋਂ ਪਹਿਲਾਂ ਉੱਥੇ ਐਜ਼ ਏ ਰਿਸਰਚ ਫੈਲੋ ਕੰਮ ਕਰਦੇ ਸੀਗੇ, ਅਸੀਂ ਕਾਫੀ ਕਾਨਫਰੰਸਿਸ, ਵਰਕਸ਼ਾਪ ਕੀਤੀਆਂ ਸੀਗੀਆਂ। ਇਸੇ ਕੰਟੀਨਿਊਟੀ ਵਿੱਚ ਹੁਣ ਯੂਨੀਵਰਸਿਟੀ ਹੈ, ਵਰਲਡ ਦੀ ਰਿਪੋਰਟਡ ਇੰਸਟੀਟਿਊਸ਼ਨ ਵਿੱਚੋਂ ਹੈਗੀ ਹੈ। ਹੁਣ ਅਸੀਂ ਉੱਥੇ ਇੱਕ EC ਕਾਉਂਸਲ USA ਹੈਗਾ ਜਿਹੜਾ ਸਪੈਸੀਫਿਕਲੀ ਸਾਈਬਰ ਸਿਕਿਉਰਿਟੀ ਤੇ ਡਿਜੀਟਲ ਫੋਰੈਂਸਿਕ ਦੇ ਵਿੱਚ ਟ੍ਰੇਨਿੰਗ ਪ੍ਰੋਗਰਾਮ ਪ੍ਰੋਵਾਈਡ ਕਰਦਾ ਹੈ। ਤੇ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਕਰੂਆਂ ਦੇ ਵਿੱਚ ਸਾਡਾ ਡਿਪਾਰਟਮੈਂਟ ਆਫ ਫੋਰੈਂਸਿਕ ਸਾਇੰਸ ਜਿਹੜਾ ਹੈਗਾ, ਸਾਡੇ ਕੋਲ ਅਰਾਊਂਡ 700 ਦੇ ਕਰੀਬ ਸਟੂਡੈਂਟਸ ਹੈਗੇ ਆ। ਤੇ ਅਸੀਂ ਉਹਨਾਂ ਨੂੰ ਸਪੈਸ਼ਲਾਈਜ਼ਡ ਟ੍ਰੇਨਿੰਗ ਪ੍ਰੋਵਾਈਡ ਕਰ ਰਹੇ ਹਾਂ ਜਿਹੜੇ ਸਾਈਬਰ ਸਿਕਿਉਰਿਟੀ ਵਿੱਚ। ਇਹਦੇ ਵਿੱਚ ਅਲੱਗ-ਅਲੱਗ ਆਉਂਦੇ, ਇੱਕ ਹੁੰਦਾ ਇਨਸੀਡੈਂਟ ਰਿਸਪੌਂਡ, ਜਦੋਂ ਕੋਈ ਕ੍ਰਾਈਮ ਹੋ ਗਿਆ ਸਭ ਤੋਂ ਪਹਿਲਾਂ ਇਮੀਡੀਏਟਲੀ ਕੌਣ ਐਕਟ ਕਰੇ, ਕਿਉਂਕਿ ਇਹਦੇ ਵਿੱਚ ਇੱਕ ਨਾਰਮਲ ਪੁਲਿਸ ਆਫਿਸਰ ਹੈ ਜਿਹੜਾ ਉਹ ਰਿਐਕਟ ਨਹੀਂ ਕਰ ਪਾਏਗਾ, ਕਿਉਂਕਿ ਇੱਥੋਂ ਜਾ ਕੇ ਬਲੱਡ ਤੇ ਕਲੈਕਟ ਕਰਨਾ ਨਹੀਂ, ਨਾ ਹੀ ਕ੍ਰਾਈਮ ਸੀਨ ਤੋਂ ਕੋਈ ਰਿਵਾਲਵਰ ਤੁਸੀਂ ਪਿਕਅਪ ਕਰਨਾ ਹੈ। ਇਸ ਵੇਲੇ ਜਿਹੜਾ ਹੈਗਾ ਮੇਨ ਕੀ ਹੈਗਾ ਜੀ, ਕੰਪਿਊਟਰ। ਤੇ ਕਾਫੀ ਸਾਰੇ ਪੁਲਿਸ ਆਫਿਸਰ ਨੂੰ ਇਸ ਬਾਰੇ ਵੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਕਿ ਕੰਪਿਊਟਰ ਦਾ ਕਿਹੜੇ ਵਾਲਾ ਪਾਰਟ ਹੈ ਜਾਣਾ। ਬਾਕੀ ਪਹਿਲੀ ਗੱਲ। ਦੂਸਰੀ ਗੱਲ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ, ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਕਿ ਤੁਸੀਂ ਇਨਵੈਸਟੀਗੇਸ਼ਨ ਜਦੋਂ ਕਰਨੀ ਹੈ ਤੁਸੀਂ ਕਿਹੜੇ ਵਾਲਾ ਸਿਸਟਮ ਹੈ ਜਿਹੜਾ ਲੈ ਕੇ ਜਾਣਾ, UPS ਉਹਨੂੰ ਕਿਸ ਤਰ੍ਹਾਂ ਲੈ ਕੇ ਜਾਣਾ। ਨਾਰਮਲੀ ਅਸੀਂ ਕੀ ਕਰਦੇ ਹਾਂ, ਉਹਨੂੰ ਸ਼ਟ ਡਾਊਨ ਕਰ ਦਿੰਦੇ ਹਾਂ। ਜਦੋਂ ਅਸੀਂ ਸਿਸਟਮ ਸ਼ਟ ਡਾਊਨ ਕਰ ਦਿੰਦੇ ਹਾਂ ਉਹ ਸਾਰਾ ਸਿਸਟਮ ਜਿਹੜਾ ਉਹ ਚੱਲ ਰਿਹਾ ਹੁੰਦਾ, ਪ੍ਰੋਸੈਸ, ਸਾਰਾ ਪ੍ਰੋਸੈਸ ਖਤਮ ਹੋ ਜਾਂਦਾ। ਸੋ ਮੇਰੀ ਓਪੀਨੀਅਨ ਦੇ ਅਕੋਰਡਿੰਗਲੀ ਐਜ਼ ਏ ਸਾਈਬਰ ਫੋਰੈਂਸਿਕ ਐਕਸਪਰਟ ਪਿਛਲੇ 24 ਸਾਲਾਂ ਦਾ ਐਕਸਪੀਰੀਅੰਸ ਜੋ ਦੱਸਦਾ ਹੈ ਉਹ ਇਹ ਕਹਿੰਦਾ ਹੈ ਕਿ ਸਾਨੂੰ ਸਾਈਬਰ ਸਿਕਿਉਰਿਟੀ ਦੇ ਲਈ ਅਵੇਅਰਨੈਸ ਹੈ ਜਿਹੜਾ ਉਹ ਸਭ ਤੋਂ ਜ਼ਿਆਦਾ ਲਾਣੀ ਚਾਹੀਦੀ। ਮੈਂ ਕੁਝ ਦਿਨ ਪਹਿਲਾਂ ਆਨਲਾਈਨ ਕਲਾਸਾਂ ਚੱਲ ਰਹੀਆਂ ਸੀਗੀਆਂ ਚੰਡੀਗੜ੍ਹ ਦੇ ਇੱਕ ਸਕੂਲ ਦੇ ਵਿੱਚ, ਕਾਫੀ ਰਿਪਿਊਟਡ ਸਕੂਲ ਹੈ, ਤੇ ਉਹਨਾਂ ਦਾ ਸਿਸਟਮ ਵੀ ਹੈਕ ਹੋ ਗਿਆ ਸੀਗਾ। ਬੱਚੇ ਕਲਾਸਾਂ ਦੇ ਵਿੱਚ ਡਿਸਟਰਬ ਕਰ ਰਹੇ ਸੀਗੇ। ਉਸੇ ਤਰ੍ਹਾਂ ਕੁਛ ਸਾਲ ਪਹਿਲਾਂ, 1-2 ਸਾਲ ਪਹਿਲਾਂ ਆਪਣੇ ਜਿਹੜਾ ਹਾਕੀ ਦਾ, ਉਹ ਸੋਰੀ ਬੈਡਮਿੰਟਨ ਦਾ ਕੋਚ ਦੀ ਜਿਹੜੀ ਟ੍ਰੇਨਿੰਗ ਚੱਲ ਰਹੀ ਸੀਗੀ ਉਹ ਵੀ ਸਿਸਟਮ ਹੈਕ ਹੋ ਗਿਆ ਸੀਗਾ। ਅਸੀਂ ਮੈਡਮ ਦੀ
ਪੰਜਾਬ ਦੇ ਵਿੱਚ ਇੰਡੀਆ ਵਿੱਚ ਕੀ ਕਰਦੇ ਹਾਂ ਅਸੀਂ 1 ਲੱਖ ਰੁਪਏ ਦਾ ਲੈਪਟਾਪ ਤੇ ਲੈ ਸਕਦੇ ਹਾਂ, 1.5 ਲੱਖ ਰੁਪਏ ਦਾ ਮੋਬਾਈਲ ਤੇ ਖਰੀਦ ਸਕਦੇ ਹਾਂ। ਬਟ ਸਾਈਬਰ ਸਿਕਿਉਰਿਟੀ ਇਹਨਾਂ ਸਾਡਾ ਸਾਰਾ ਕੁਝ ਡਾਟਾ ਸੇਵ ਕਰਨਾ ਹੈ, ਜਿਹੜੀ ਕਿ ਇੱਕ ਡਿਵਾਈਸ ਉਹ ਤੋਂ ਤੇ ਜਾਂਦੀ ਹੈ ਜਾਂ 5,000 ਦੀ ਆਉਂਦੀ ਹੈ, ਅਸੀਂ ਉਹ ਖਰੀਦਣਾ ਨਹੀਂ ਚਾਹੁੰਦੇ। ਹੂੰ ਇਹ ਸਾਨੂੰ ਇਹ ਸਮਝਣਾ ਪਏਗਾ ਕਿ ਸਾਡੀ ਸਾਈਬਰ ਸਿਕਿਉਰਿਟੀ, ਸਾਡਾ ਡਾਟਾ, ਮੈਂ ਕਹਾਂਗਾ ਜੀ ਸਾਡੇ ਅੱਜ ਦੀ ਡੇਟ ਵਿੱਚ ਇੱਕ ਹਿਊਮਨ ਬੀਇੰਗ ਦੇ ਡਾਟਾ ਦੀ ਵੈਲਿਊ 1 ਰੁਪਈਆ ਆ। ਜੀ 1 ਰੁਪਈਏ ਦੇ ਵਿੱਚ ਅਸੀਂ ਸਾਰਾ ਡਾਟਾ ਦੇਣ ਨੂੰ ਤਿਆਰ ਬੈਠੇ ਹਾਂ। ਜਦੋਂ ਅਸੀਂ ਪੈਟਰੋਲ ਪੰਪ ਤੇ ਜਾਂਦੇ ਹਾਂ, ਕੋਈ ਬੈਠਾ ਹੈ, ਚਲੋ ਜੀ ਮੈਡਮ ਜੀ ਤੁਹਾਡਾ ਲੱਕੀ ਡਰਾ ਨਿਕਲੇਗਾ, ਸਰ ਜੀ ਤੁਹਾਡਾ ਲੱਕੀ ਡਰਾ ਨਿਕਲੇਗਾ, ਅਸੀਂ ਆਪਣੀ ਇਨਫੋਰਮੇਸ਼ਨ ਦਿੰਦੇ ਹਾਂ, ਨਾਮ, ਫੋਨ ਨੰਬਰ, ਘਰ ਦਾ ਐਡਰੈਸ, ਆਫਿਸ ਐਡਰੈਸ। ਅਸੀਂ ਜਿਹੜੇ ਸਾਡੇ ਨਾਲ 4-5 ਦੋਸਤ ਹੁੰਦੇ ਆ, ਆਫਿਸ ਵਾਲੇ ਹੁੰਦੇ ਆ, ਫੈਮਿਲੀ ਫਰੈਂਡ ਹੁੰਦੇ ਆ, ਅਸੀਂ ਉਹਨਾਂ ਦਾ ਵੀ ਦਿੰਦੇ ਹਾਂ, ਕਿਉਂਕਿ ਸਾਡੇ ਘਰ 'ਚ 4 ਜਣੇ ਹੋਰ ਹੈਗੇ, ਉਹ ਵੀ ਦੇ ਦਿਓ। ਫ੍ਰੀ ਦੇ ਵਿੱਚ ਅਸੀਂ ਇਨਫੋਰਮੇਸ਼ਨ ਵੰਡ ਰਹੇ ਹਾਂ। ਹੂੰ USA ਵਰਲਡ ਪਾਵਰ ਕਿਹਾ ਜਾਂਦਾ ਹੈ, ਕਿਉਂ ਕਿਹਾ ਜਾਂਦਾ ਹੈ? ਟੈਕਨੋਲੋਜੀ। ਮਾਈਕਰੋਸਾਫਟ ਦਾ ਹੈਡ ਆਫਿਸ ਉੱਥੇ, ਹੂੰ ਫੇਸਬੁੱਕ, ਮੀਟਾ ਦੀ ਪੇਰੈਂਟ ਕੰਪਨੀ ਹੈ ਜਿਹੜੀ, WhatsApp ਉੱਥੇ ਬੈਠੇ ਹੈ, ਇੰਸਟਾਗ੍ਰਾਮ ਉੱਥੇ ਬੈਠੇ ਹੂੰ ਹੈ। ਤੁਸੀਂ ਪ੍ਰੋਗਰਾਮ ਲਾਈਵ ਚਲਾ ਰਹੇ ਹੋ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜੀ ਮੈਂ ਇਸ ਵੇਲੇ ਬੱਸ 'ਚ ਟਰੈਵਲ ਕਰ ਰਿਹਾ ਜਾਂ ਕੀ ਕਰ ਰਿਹਾ, ਇਹ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਜਾ ਰਹੀ ਹੈ। ਕਿਉਂ? ਹੂੰ ਕਿਉਂਕਿ ਉਹਨਾਂ ਕੋਲ ਸਾਈਬਰ ਸਿਕਿਉਰਿਟੀ ਸਿਸਟਮ ਹੈਗਾ। ਉਹ ਆਪਣਾ ਉਹ ਧਿਆਨ ਦੇਖਦੇ। ਹੁਣ ਕੱਲ ਅਲਬੇਨੀਆ ਨੇ ਈਰਾਨ ਦੇ ਨਾਲ ਟਾਈ ਅਪ ਖਤਮ ਕੀਤੇ, ਜੀ ਸਾਈਬਰ ਅਟੈਕ ਕੀਤੇ। ਵਰਲਡ ਵਾਰ ਵੀ ਸ਼ੁਰੂ ਹੋਣੀ ਨਹੀਂ, ਆਲਰੇਡੀ ਹੋ ਚੁੱਕੀ ਹੈ। ਹੂੰ ਇਹ ਅਸੀਂ ਨਹੀਂ ਸਮਝਦੇ। ਅਗਰ ਜ਼ਿਆਦਾ ਲਾਸ ਹੋ ਰਿਹਾ, ਵੱਡਾ ਸ਼ਹਿਰ ਹੈ, ਟਰਾਈ ਸਿਟੀ ਦੇ ਵਿੱਚ ਮੰਨਿਆ ਜਾਂਦਾ ਜੀ, ਚੰਡੀਗੜ੍ਹ ਵੈਲ ਐਜੂਕੇਟਡ ਲੋਕਾਂ ਦਾ ਸ਼ਹਿਰ ਹੈਗਾ। ਹੂੰ ਬਟ ਇੱਥੇ ਵੀ ਸਾਈਬਰ ਕ੍ਰਾਈਮ ਦੀ ਅਗਰ ਤੁਸੀਂ ਇਨਵੈਸਟੀਗੇਸ਼ਨ ਦੇਖੋ, ਇਹ ਸਿਰਫ 2-4% ਕੇਸਿਸ ਹੀ ਹੈ ਜਿਹੜੇ ਸੋਲਵ ਹੋ ਪਾਉਂਦੇ ਆ। ਬਿਲਕੁਲ ਸੋ ਇਹਦੇ ਲਈ ਸਾਨੂੰ ਅਵੇਅਰਨੈਸ ਜ਼ਿਆਦਾ ਜ਼ਰੂਰੀ ਹੈ ਜੀ। ਸਭ ਤੋਂ ਪਹਿਲਾਂ ਅਵੇਅਰਨੈਸ ਹਰ ਲੈਵਲ ਤੇ ਬੱਚਿਆਂ ਨੂੰ ਸਿਖਾਓ। ਘਰ ਦੇ ਵਿੱਚ ਮਾਪਿਆਂ ਨੂੰ ਚਾਹੀਦਾ ਉਹ ਬੱਚਿਆਂ ਨੂੰ ਦੱਸਣ ਕਿ ਮੋਬਾਈਲ ਹੂੰ ਕਿਸ ਤਰ੍ਹਾਂ ਯੂਜ਼ ਕਰਨਾ, ਕਿਹੜੀ ਐਪ ਇੰਸਟਾਲ ਕਰਨੀ ਹੈ। ਅਸੀਂ ਧਿਆਨ ਨਹੀਂ ਦਿੰਦੇ, ਪੇਰੈਂਟਸ ਸੋਚਦੇ ਆ ਕਿ ਚੱਲ ਠੀਕ ਹੈ ਬੱਚਾ ਮੋਬਾਈਲ ਲੈ ਕੇ ਬੈਠਾ, ਪਰ 10 ਸਾਲ ਦਾ 12 ਸਾਲ ਦਾ ਬੱਚਾ ਵੀ ਉਹ ਕੰਮ ਕਰ ਜਾਂਦਾ ਹੈ, ਹੂੰ ਜਿਹੜਾ ਕਿ ਬਹੁਤ ਮੁਸ਼ਕਲ ਹੁੰਦਾ ਕਈ ਵਾਰੀ ਕਹਿਣਾ। ਹੁਣ ਹੂੰ ਮੁਹਾਲੀ ਦੇ ਹੀ ਇੱਕ ਬੱਚੇ ਨੇ, ਆਪਣੇ ਆਰਮੀ ਆਫੀਸਰ, ਰਿਟਾਇਰਡ ਆਫੀਸਰ ਦੇ ਫਾਦਰ ਉਹਦੇ ਸੀਗੇ, ਉਹ ਲਗਭਗ 13-14 ਲੱਖ ਰੁਪਏ ਆਨਲਾਈਨ ਗੇਮ ਉੱਤੇ ਖਰਚ ਕਰ ਦਿੱਤਾ ਸੀਗਾ। ਜੀ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਅਵੇਅਰਨੈਸ ਬੇहद ਜ਼ਿਆਦਾ ਜ਼ਰੂਰੀ ਹੈ ਤੇ ਇਸ ਦੇ ਲਈ ਹੁਣ ਆਈਟੀ ਫੀਲਡ ਦੀ ਜੇਕਰ ਗੱਲ ਕੀਤੀ ਜਾਏ ਤੇ ਕਾਫੀ ਬੱਚੇ ਜਿਹੜੇ ਆ ਸਾਈਬਰ ਸਿਕਿਉਰਿਟੀ ਦੇ ਕੋਰਸਿਸ ਕਰ ਰਹੇ ਤੇ ਸਭ ਤੋਂ ਵਧੀਆ ਕੋਰਸਿਸ ਦੇ ਵੱਲ ਕਿਹਾ ਜਾਂਦਾ ਹੈ ਕਿ ਸਾਈਬਰ ਸਿਕਿਉਰਿਟੀ ਦੇ ਵਿੱਚ ਕੋਰਸਿਸ ਕਰੋ, ਕਿਉਂਕਿ ਇਸ ਵਿੱਚ ਕਾਫੀ ਜ਼ਿਆਦਾ ਜਿਹੜਾ ਅੱਗੇ ਫਿਊਚਰ ਦੇ ਵਿੱਚ ਕਾਫੀ ਵਧੀਆ ਜਿਹੜੇ ਪਲੇਟਫਾਰਮਸ ਮਿਲਣਗੇ ਜਾਂ ਫਿਰ ਵਧੀਆ ਉਹਨਾਂ ਨੂੰ ਜਿਹੜੀ ਇਸ ਚੀਜ਼ ਦੇ ਵਿੱਚ ਰੀਚ ਵੀ ਮਿਲੇਗੀ। ਤੇ ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਸਾਡੇ ਦਰਸ਼ਕਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਬਚਿਆ ਜਾ ਸਕਦਾ ਹੈ, ਕੀ ਕੁਝ ਕੀਤਾ ਜਾ ਸਕਦਾ ਹੈ, ਕਿ ਕਿਵੇਂ ਸਾਈਬਰ ਅਟੈਕ ਤੋਂ ਬਚਣਾ ਚਾਹੀਦਾ ਹੈ ਤੇ ਸਮਝਣਾ ਚਾਹੀਦਾ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਅਸੀਂ ਕਿਵੇਂ ਜਿਹੜਾ ਹੈ ਆਪਣੇ ਫੋਨ ਨੂੰ, ਆਪਣੇ ਆਪ ਨੂੰ ਸਿਕਿਉਰ ਰੱਖ ਸਕਦੇ ਹਾਂ। ਆਪਣੀ ਹਰ ਇੱਕ ਛੋਟੀ ਛੋਟੀ ਇਨਫੋਰਮੇਸ਼ਨ ਅਸੀਂ ਸੋਸ਼ਲ ਨੈਟਵਰਕਿੰਗ ਸਾਈਟ ਤੇ ਪਾ ਦਿੰਦੇ, ਲੇਕਿਨ ਇਸ ਚੀਜ਼ ਦਾ ਕੌਨਸੀਕੁਐਂਸਿਸ ਨਹੀਂ ਦੇਖਦੇ, ਇਹ ਨਹੀਂ ਦੇਖਦੇ ਕਿ ਆਖਿਰ ਇਸ ਤੋਂ ਬਾਅਦ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਉਸਦਾ ਕਿਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਤੇ ਜ਼ਰੂਰਤ ਹੈ ਇਸ ਚੀਜ਼ ਨੂੰ ਦੇਖਣ ਦੀ ਕਿ ਟੈਕਨੋਲੋਜੀ ਤਾਂ ਜ਼ਰੂਰ ਅੱਗੇ ਵੱਧ ਗਈ ਹੈ, ਲੇਕਿਨ ਇਸ ਟੈਕਨੋਲੋਜੀ ਦੇ ਨਾਲ ਅਸੀਂ ਕਿੰਨੇ ਕੀ ਅੱਗੇ ਵਧੇ ਹਾਂ। ਜਿਵੇਂ ਕਿ ਉਹਨਾਂ ਨੇ ਕਿਹਾ ਕਿ ਫੋਨ ਤਾਂ ਅਸੀਂ ਜ਼ਰੂਰ ਰੱਖ ਲੈਂਦੇ, ਲੇਕਿਨ ਉਸ ਵਿੱਚ ਅਸੀਂ ਸੌਫਟਵੇਅਰ ਡਾਲਣਾ ਪਾਣਾ ਭੁੱਲ ਜਾਂਦੇ ਹਾਂ ਕਿ ਕਿਹੜਾ ਜਿਹੜਾ ਸੌਫਟਵੇਅਰ ਪਾਉਣਾ ਚਾਹੀਦਾ ਜਿਸ ਤੋਂ ਸਾਡਾ ਫੋਨ ਜਿਹੜਾ ਹੈ ਉਹ ਸਿਕਿਉਰ ਰਹਿ ਸਕੇ, ਕਿਹੜੀ ਐਪਸ ਹੈ ਜੋ ਸਿਕਿਉਰ ਰਹਿ ਸਕੇ। ਅਸੀਂ ਜਦ ਕਿਸੇ ਵੀ ਐਪ ਨੂੰ ਇੰਸਟਾਲ ਕਰਦੇ ਹਾਂ ਅਸੀਂ ਉਸਨੂੰ ਪਰਮਿਸ਼ਨ ਦੇ ਦਿੰਦੇ ਹਾਂ ਕਿ ਉਹ ਐਕਸੈਸ ਕਰ ਸਕਣ ਸਾਡੀ ਗੈਲਰੀ ਨੂੰ, ਸਾਡੇ ਹੋਰ ਜਿਹੜੀ ਪਰਸਨਲ ਇਨਫੋਰਮੇਸ਼ਨ ਨੂੰ, ਲੇਕਿਨ ਉਹ ਪਰਸਨਲ ਇਨਫੋਰਮੇਸ਼ਨ ਕਿੱਥੇ ਤੱਕ ਰਹਿੰਦੀ ਹੈ। ਕਿਉਂਕਿ ਤੁਸੀਂ ਸੁਣਦੇ ਵੀ ਹੋਣਗੇ ਚਾਹੇ ਉਹ ਗੂਗਲ ਹੋਵੇ ਜਾਂ ਫਿਰ ਮਾਈਕਰੋਸਾਫਟ ਹੋਵੇ, ਮੈਟਾ ਹੋਵੇ, ਇਹ ਸਾਰੇ ਕਿਤੇ ਨਾ ਕਿਤੇ ਇਹਨਾਂ ਦੇ ਵੀ ਖਬਰਾਂ ਸਾਹਮਣੇ ਆਉਂਦੀਆਂ ਕਿ ਇਹਨਾਂ ਦਾ ਡੇਟਾ ਲੀਕ ਕੀਤਾ ਗਿਆ। ਤੁਹਾਨੂੰ ਕਾਲਸ ਆਉਂਦੇ, ਕਈ ਵਾਰ ਸਪੈਮ ਕਾਲਸ ਆਉਂਦੇ, ਉਹ ਕਿੱਥੋਂ ਆਉਂਦੇ? ਇਹ ਸਾਰੀ ਚੀਜ਼ਾਂ ਇੰਟਰਕਨੈਕਟਡ ਹੈ ਤੇ ਕਿਤੇ ਨਾ ਕਿਤੇ ਸਾਈਬਰ ਅਟੈਕ ਵੱਲ ਜਿਹੜਾ ਹੈ ਹਰ ਇੱਕ ਦੇਸ਼ ਵੱਧ ਚੁੱਕਿਆ ਹੈ। ਜਿਵੇਂ ਮੈਂ ਪਹਿਲੇ ਵੀ ਦੱਸ ਰਹੀ ਸੀ ਕਿ 2 ਜ਼ਰੂਰ ਵਾਰਸ ਹੈ, ਲੇਕਿਨ ਉਸ ਤੋਂ ਇਲਾਵਾ ਇੱਕ ਤੀਜੀ ਵਾਰ ਜਿਹੜੀ ਸਾਈਬਰ ਵਾਰ ਚੱਲ ਰਹੀ ਹੈ, ਇਸ ਤੋਂ ਬਚਣਾ ਜ਼ਰੂਰੀ ਹੈ। ਇਹ ਇਨਸਾਨ ਨੂੰ ਮੈਂਟਲੀ ਤੌਰ ਤੇ ਮਾਰ ਦਿੰਦੀ ਹੈ ਬਿਨਾਂ ਹਥਿਆਰਾਂ ਤੋਂ, ਕਿਉਂਕਿ ਸਾਈਬਰ ਜਿਹੜੇ
ਅਟੈਕਰਸ ਨੇ, ਜਿਨ੍ਹਾਂ ਨੂੰ ਹੈਕਰਸ ਵੀ ਕਿਹਾ ਜਾਂਦਾ ਹੈ, ਜਿਹੜੇ ਕਿ ਹਰ ਇੱਕ ਇਨਸਾਨ ਦੀ ਇਨਫੋਰਮੇਸ਼ਨ ਕਦੇ ਵੀ ਕਿਤੋਂ ਵੀ ਲੈ ਸਕਦੇ ਹਨ। ਸਾਨੂੰ ਕਈ ਵਾਰ ਇੱਦਾਂ ਲੱਗਦਾ ਹੈ ਕਿ ਕੋਈ ਸਾਡਾ ਮਾਈਂਡ ਪੜ੍ਹ ਰਿਹਾ, ਕਿ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਪਤਾ ਹੈ, ਕਿ ਸਾਨੂੰ ਜਦ ਆਪਣਾ ਫੋਨ ਖੋਲਦੇ ਹਾਂ ਜਾਂ ਕਿਸੇ ਵੀ ਸਾਈਟ 'ਤੇ ਜਾਂਦੇ ਹਾਂ, ਗੂਗਲ 'ਤੇ ਜਾਂਦੇ ਹੈ, ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕੀ ਚਾਹੀਦਾ ਹੈ। ਅਤੇ ਇਹ ਸਾਰੀ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਕਿਉਂਕਿ ਜਿਵੇਂ ਜਿਵੇਂ ਸਮਾਂ ਵੱਧ ਰਿਹਾ ਉੱਦਾਂ ਹੀ ਜਿਹੜਾ ਹੈ ਟੈਕਨੋਲੋਜੀ ਵੀ ਵੱਧ ਰਹੀ ਹੈ। ਟੈਕਨੋਲੋਜੀ ਨਾਲ ਨਾਲ ਜਿਹੜੇ ਹੈਕਰਸ ਅਪਗ੍ਰੇਡ ਹੋ ਰਹੇ ਹੈ, ਅਤੇ ਸਾਨੂੰ ਵੀ ਅਪਗ੍ਰੇਡ ਹੋਣ ਦੀ ਲੋੜ ਹੈ, ਤਾਂ ਜੋ ਜਿਹੜਾ ਹੈ ਅਸੀਂ ਸਾਈਬਰ ਅਟੈਕ ਤੋਂ ਬਚ ਸਕਣ, ਆਪਣਿਆਂ ਨੂੰ ਬਚਾ ਸਕਣ, ਕਿਉਂਕਿ ਬਹੁਤ ਲੋਕਾਂ ਦੀ ਜਮ੍ਹਾਂ ਪੂੰਜੀ ਜਿਹੜੀ ਹੈ ਅਜਿਹੇ ਅਟੈਕਸ ਕਰਕੇ ਖਤਮ ਹੋ ਜਾਂਦੀ ਹੈ, ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ, ਅਸੀਂ ਕਿਸੇ ਤਰੀਕੇ ਨਾਲ ਉਹਨਾਂ ਦੀ ਮਦਦ ਵੀ ਨਹੀਂ ਕਰ ਪਾਉਂਦੇ। ਅਤੇ ਜ਼ਰੂਰੀ ਹੈ ਇਨ ਸਾਰੀ ਚੀਜ਼ਾਂ ਤੋਂ ਬਚਣ ਦੀ। ਅਤੇ ਸਾਈਬਰ ਸਿਕਿਉਰਿਟੀ ਦੇ ਬਾਰੇ ਅੱਜ ਦਾ ਪ੍ਰੋਗਰਾਮ ਸੀਗਾ, ਅਤੇ ਕੱਲ ਫਿਰ ਇੱਕ ਨਵੇਂ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਅਤੇ ਹੁਣ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।